ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 149। ਅੰਮ੍ਰਿਤਸਰ ਤੇ ਲਾਹੌਰ ਦੀਆਂ ਸਿੰਘ ਸਭਾਵਾਂ। ਆਰੀਆ ਸਮਾਜ ਦੀ ਸਥਾਪਨਾ ਤੋਂ 4 ਸਾਲ ਪਹਿਲਾਂ ਅੰਮ੍ਰਿਤਸਰ ਦੇ ਜਨ ਸਧਾਰਨ ਨੇ ਇੱਕ ਸਭਾ ਬੁਲਾਈ ਸੀ ਤੇ ਇੱਕ ਹਿੰਦੂ ਵਕਤਾ ਦੇ ਸਿੱਖ ਗੁਰੂ ਸਾਹਿਬਾਨ ਵਿਰੁੱਧ ਅਪਮਾਨ ਭਰੇ ਤੇ ਨੀਚ ਸ਼ਬਦ ਵਰਤਣ ਕਰਕੇ ਵਿਰੋਧ ਕੀਤਾ ਸੀ। ਇਹ ਵਿਰੋਧੀ ਜਲਸੇ ਉਸ ਸਭਾ ਵੱਲੋਂ ਕੀਤੇ ਗਏ ਸਨ ਜੋ ਆਪਣੇ ਆਪ ਨੂੰ ਸਿੰਘ ਸਭਾ ਕਹਿੰਦੀ ਸੀ। ਇਸ ਨੂੰ ਅਮੀਰ ਭੱਦਰ ਪੁਰਸ਼ਾਂ ਤੇ ਜਗੀਰਦਾਰਾਂ ਤੇ ਸਨਾਤਨੀ ਸਿੱਖਾਂ ਦਾ ਸਮਰਥਨ ਪ੍ਰਾਪਤ ਸੀ। ਸਭਾ ਦੇ ਮਨੋਰਥਾਂ ਤੇ ਉਦੇਸ਼ਾਂ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪੁਨਰ ਪ੍ਰਚਲਨ, ਪੰਜਾਬੀ ਵਿੱਚ ਧਾਰਮਿਕ ਸਾਹਿਤ ਦੀ ਰਚਨਾ ਤੇ ਅਨਪੜ੍ਹਤਾ ਵਿਰੁੱਧ ਮੁਹਿੰਮ ਚਲਾਉਣਾ ਸ਼ਾਮਿਲ ਸੀ। ਮੋਢੀ ਆਗੂ ਇਹ ਵੀ ਚਾਹੁੰਦੇ ਸਨ ਕਿ ਉੱਚ ਅੰਗਰੇਜ਼ੀ ਅਧਿਕਾਰੀ ਉਹਨਾਂ ਦੀ ਸਹਾਇਤਾ ਕਰਨ ਤੇ ਸਿੰਘ ਸਭਾ ਦੇ ਵਿਦਿਅਕ ਪ੍ਰੋਗਰਾਮਾਂ ਵਿੱਚ ਆਪਣਾ ਸਹਿਯੋਗ ਯਕੀਨੀ ਬਣਾਉਣ। ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਕਰਨ ਲਈ ਸਭਾ ਨੇ ਤਾਜ ਪ੍ਰਤੀ ਵਫ਼ਾਦਾਰੀ ਪ੍ਰਗਟਾਉਣ ਦਾ ਮਤਾ ਵੀ ਪਾਸ ਕੀਤਾ। ਅੰਮ੍ਰਿਤਸਰ ਸ਼੍ਰੀ ਸਿੰਘ ਸਭਾ ਦਾ ਪ੍ਰਧਾਨ ਠਾਕਰ ਸਿੰਘ ਸੰਧਾਵਾਲੀਆ ਸੀ ਤੇ ਗਿਆਨੀ ਗਿਆਨ ਸਿੰਘ ਉਸ ਦਾ ਸਕੱਤਰ ਸੀ। ਸਰਕਾਰ ਨੇ ਇਸ ਸੰਸਥਾ ਦੀ ਵਿਦਿਅਕ ਯੋਜਨਾ ਦੀ ਸਰਪ੍ਰਸਤੀ ਕੀਤੀ। 1879 ਵਿੱਚ ਲਾਹੌਰ ਵਿੱਚ ਇੱਕ ਹੋਰ ਸਭਾ ਬਣਾਈ ਗਈ। ਇਸ ਸਭਾ ਦੇ ਆਗੂਆਂ ਵਿੱਚ ਮੱਧ ਵਰਗ ਦੇ ਪੜ੍ਹੇ ਲਿਖੇ ਤੇ ਉਤਸ਼ਾਹੀ ਗੁੱਟ ਸ਼ਾਮਿਲ ਸਨ। ਪੰਜਾਬ ਦਾ ਗਵਰਨਰ ਸਰ ਰਾਬਰਟ ਇੰਗਰਟਨ ਇਸ ਦਾ ਸਰਪ੍ਰਸਤ ਬਣਨ ਲਈ ਸਹਿਮਤ ਹੋ ਗਿਆ ਤੇ ਉਸ ਨੇ ਵਾਇਸਰਾਏ ਲਾਰਡ ਲੈਂਸਡਾਊਨ ਨੂੰ ਸਮਰਥਨ ਦੇਣ ਲਈ ਪ੍ਰੇਰਿਆ। ਲਾਹੌਰ ਸਿੰਘ ਸਭਾ ਨੇ ਕਈ ਸ਼ਹਿਰਾਂ ਵਿੱਚ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ, ਪਿੰਡਾਂ ਵਿੱਚ ਪ੍ਰਚਾਰਕ ਭੇਜੇ, ਸਿੱਖ ਪਲਟਨਾਂ ਨਾਲ ਸੰਪਰਕ ਕੀਤਾ ਤੇ ਪੰਜਾਬੀ ਵਿੱਚ ਪੱਤਰ ਤੇ ਰਸਾਲੇ ਛਾਪਣੇ ਸ਼ੁਰੂ ਕਰ ਦਿੱਤੇ। 1883 ਵਿੱਚ ਲਾਹੌਰ ਤੇ ਅੰਮ੍ਰਿਤਸਰ ਸਭਾਵਾਂ ਮਿਲ ਗਈਆਂ। ਅੰਮ੍ਰਿਤਸਰ ਸਭਾ ਦੀ ਸਥਾਪਨਾ ਆਰਾਮਪ੍ਰਸਤ ਪੁਰਾਤਨ ਵਿਚਾਰਾਂ ਦੇ ਬਾਬਾ ਖੇਮ ਸਿੰਘ ਬੇਦੀ ਵਰਗੇ ਲੋਕਾਂ ਨੇ ਕੀਤੀ ਸੀ, ਜਿਸ ਨੂੰ ਗੁਰੂ ਨਾਨਕ ਦੀ ਅੰਸ਼ ਹੋਣ ਕਾਰਨ ਗੁਰੂ ਵਾਂਗ ਸਤਿਕਾਰ ਕਰਾਉਣ ਦੀ ਆਦਤ ਪਈ ਹੋਈ ਸੀ। ਲਾਹੌਰ ਦੀ ਸਭਾ ਗਰਮ ਖਿਆਲੀ ਲੋਕਾਂ ਦੀ ਸੀ ਤੇ ਉਹ ਗੁਰੂਡਮ ਦੀ ਸੰਸਥਾ ਦੇ ਵਿਰੁੱਧ ਸੀ। ਦੋਹਾਂ ਧੜਿਆਂ ਦਾ ਗੁਰਦੁਆਰਿਆਂ ਵਿੱਚ ਅਛੂਤਾਂ ਵੱਲੋਂ ਪਾਠ ਪੂਜਾ ਕਰਨ ਦੇ ਸਵਾਲ ਤੇ ਟਕਰਾਓ ਹੋ ਗਿਆ ਤੇ ਪੁਰਾਤਨਵਾਦੀਆਂ ਨੇ ਪੁਜਾਰੀਆਂ ਦਾ ਸਮਰਥਨ ਕੀਤਾ ਜੋ ਅਛੂਤਾਂ ਨੂੰ ਕੁਝ ਖਾਸ ਸਮਿਆਂ ਤੇ ਅੰਦਰ ਜਾਣ ਦੀ ਆਗਿਆ ਦੇਣ ਦੇ ਤੇ ਉਹਨਾਂ ਵੱਲੋਂ ਕੋਈ ਭੇਟਾ ਲੈ ਕੇ ਆਉਣ ਤੋਂ ਬਿਨਾਂ ਹੱਕ ਵਿੱਚ ਸਨ। ਇਹ ਵਿਵਾਦ ਤਲਖੀ ਵਾਲਾ ਹੋ ਗਿਆ, ਰੂੜੀਵਾਦੀ ਲਹਿਰ ਤੋਂ ਵੱਖ ਹੋ ਗਏ ਤੇ ਫਿਰ ਬਿਲਕੁਲ ਵਿਰੁੱਧ ਹੋ ਗਏ। ਆਰੀਆ ਸਮਾਜ ਦੇ ਤੇਜ਼ੀ ਨਾਲ ਹੋਏ ਵਿਸਥਾਰ ਤੇ ਇਹਦੇ ਬਹੁਤ ਸਾਰੇ ਨੇਤਾਵਾਂ ਦੇ ਸਿੱਖ ਵਿਰੋਧੀ ਝੁਕਾਅ ਨੇ ਸਿੰਘ ਸਭਾ ਲਈ ਇੱਕ ਚੁਣੌਤੀ ਪੈਦਾ ਕਰ ਦਿੱਤੀ। ਇਸ ਨੇ ਅੰਤ ਆਰੀਆ ਸਮਾਜ ਤੇ ਇਹਦੇ ਸਿੱਖ ਸਮਰਥਕਾਂ ਵਿੱਚ ਵਿਗਾੜ ਪਾ ਦਿੱਤਾ। ਦੋਵੇਂ ਸਿੰਘ ਸਭਾਵਾਂ ਫਿਰ ਇਕੱਠੀਆਂ ਹੋ ਗਈਆਂ ਤੇ ਉਹਨਾਂ ਨੇ ਆਪਣਾ ਕਾਲਜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਲਾਹੌਰ ਵਿੱਚ ਹੋਏ ਇੱਕ ਬਹੁਤ ਵੱਡੇ ਇਕੱਠ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ। ਸਵਰਨ ਮੰਦਰ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਵਿੱਚ ਸਿੱਖਾਂ ਨੂੰ ਕਾਲਜ ਦੀ ਇਮਾਰਤ ਉਸਾਰਨ ਲਈ ਦਸਵੰਧ ਦੇਣ ਲਈ ਕਿਹਾ ਗਿਆ। ਅੰਗਰੇਜ਼ ਸ਼ੁਭਚਿੰਤਕਾਂ ਨੇ ਇੰਗਲੈਂਡ ਵਿੱਚ ਧਨ ਇਕੱਠਾ ਕਰਨ ਲਈ ਲੰਡਨ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ। ਸਿੱਖ ਰਾਜਿਆਂ ਨੇ ਵਾਇਸਰਾਏ ਤੇ ਸੈਨਾਪਤੀ ਦੀ ਪ੍ਰੇਰਨਾ ਨਾਲ ਬੜੀ ਉਦਾਰਤਾ ਨਾਲ ਚੰਦੇ ਦਿੱਤੇ। ਐਂਗਲੋ ਇੰਡੀਅਨ ਸਿਵਲ ਐਂਡ ਮਿਲਟਰੀ ਗਜ਼ਟ ਨੇ ਇਸ ਕੰਮ ਲਈ ਸਰਗਰਮੀ ਨਾਲ ਸਹਾਇਤਾ ਕੀਤੀ। ਸਾਰੇ ਪ੍ਰਾਂਤ ਤੋਂ ਧਨ ਆਉਣਾ ਸ਼ੁਰੂ ਹੋ ਗਿਆ।
5 ਮਾਰਚ 1892 ਲੈਫਟੀਨੈਂਟ ਗਵਰਨਰ ਸਰ ਜੇਮਜ਼ ਲਾਇਲ ਨੇ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ। ਇਹ ਜ਼ਰੂਰੀ ਸੀ ਕਿ ਸਿੰਘ ਸਭਾ ਵਰਗੀ ਸੰਸਥਾ ਜਿਸ ਦੀਆਂ ਬਹੁਭਾਂਤੀ ਸਰਗਰਮੀਆਂ ਹਨ, ਉਹ ਕੁਝ ਆਪਣੀਆਂ ਨੀਤੀਆਂ ਵੀ ਬਣਾਉਂਦੀ। ਇਸ ਨੇ 1902 ਵਿੱਚ ਚੀਫ ਖਾਲਸਾ ਦੀਵਾਨ ਦੀ ਰਚਨਾ ਨਾਲ ਸਪਸ਼ਟ ਹੋਂਦ ਇਖਤਿਆਰ ਕੀਤੀ ਤੇ ਇਸ ਨੇ ਤਾਜ ਪ੍ਰਤੀ ਵਫਾਦਾਰੀ, ਦੂਸਰੇ ਫਿਰਕਿਆਂ ਦੇ ਟਾਕਰੇ ਤੇ ਸਿੱਖ ਹਿੱਤਾਂ ਦੀ ਰੱਖਿਆ ਕਰਨੀ, ਨੌਕਰੀਆਂ ਖਾਸ ਕਰਕੇ ਸੈਨਾ ਵਿੱਚ ਸਿੱਖਾਂ ਲਈ ਉਚਿਤ ਪ੍ਰਤੀਨਿਧਤਾ ਦੇ ਸੰਘਰਸ਼ ਕਰਨ ਦੀ ਪ੍ਰਤਿੱਗਿਆ ਕੀਤੀ। ਆਰੰਭ ਤੋਂ ਇਸ ਦਾ ਅਤਿਅੰਤ ਪ੍ਰਭਾਵਸ਼ਾਲੀ ਨੇਤਾ ਸੁੰਦਰ ਸਿੰਘ ਮਜੀਠੀਆ ਸੀ। ਸਰ ਸੁੰਦਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕਰਦੇ ਮਜੀਠੀਏ ਸਰਦਾਰਾਂ ਦੀ ਸੰਤਾਨ ਸੀ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਪਿੰਡ ਦਾ ਸ਼ੇਰਗਿੱਲ ਜੱਟ ਸੀ। ਉਹ ਅੰਗਰੇਜ਼ੀ ਰਾਜ ਦਾ ਪੱਕਾ ਸਮਰਥਕ ਸੀ। ਉਹ ਚੀਫ ਖਾਲਸਾ ਦੀਵਾਨ ਦਾ ਆਰੰਭ ਤੋਂ ਹੀ 1902 ਤੋਂ 1921 ਤੱਕ ਸਕੱਤਰ ਰਿਹਾ ਤੇ 1920 ਤੋਂ ਲੈ ਕੇ ਆਪਣੀ ਮ੍ਰਿਤੂ ਤੱਕ ਖਾਲਸਾ ਕਾਲਜ ਕਮੇਟੀ ਦਾ ਪ੍ਰਧਾਨ ਰਿਹਾ। ਉਹ ਪ੍ਰਾਂਤਿਕ ਕੌਂਸਲ ਤੇ ਕੇਂਦਰੀ ਅਸੈਂਬਲੀ ਦਾ ਮੈਂਬਰ ਰਿਹਾ ਤੇ ਅਨੇਕਾਂ ਵਾਰੀ ਮੰਤਰੀ ਰਿਹਾ। ਮਜੀਠੀਆ ਬਹੁਤ ਅਮੀਰ ਜ਼ਿਮੀਂਦਾਰ ਤੇ ਖੰਡ ਉਦਯੋਗ ਦਾ ਧਨਾਢ ਸੀ। ਅਗਲੇ ਪੰਨਿਆਂ ਤੇ ਉਸ ਦਾ ਕਈ ਵਾਰ ਉਲੇਖ ਹੋਵੇਗਾ। ਸੁੰਦਰ ਸਿੰਘ ਮਜੀਠੀਆ ਦੇ ਸ੍ਰੇਸ਼ਟ ਸਹਿਯੋਗੀਆਂ ਵਿੱਚ ਸਭਰਾਵਾਂ ਦੇ ਨਾਇਕ ਦਾ ਪੋਤਰਾ ਸਰਦਾਰ ਹਰਬੰਸ ਸਿੰਘ ਅਟਾਰੀ ਤੇ ਅਰਜਨ ਸਿੰਘ ਬਾਗੜੀਆ ਸਨ, ਜਿਨ੍ਹਾਂ ਦਾ ਪਰਿਵਾਰ ਸਿੱਖ ਸਰਦਾਰਾਂ ਤੇ ਰਾਜ ਘਰਾਣਿਆਂ ਦਾ ਸਿੱਖਿਅਕ ਰਿਹਾ। ਸਿੰਘ ਸਭਾ ਲਹਿਰ ਦਾ ਸਭ ਤੋਂ ਮਹੱਤਵਪੂਰਨ ਪੱਖ ਇਸ ਦਾ ਸਿੱਖਿਆ ਤੇ ਸਾਹਿਤ ਪ੍ਰਤੀ ਕਾਰਜ ਸੀ। 1908 ਤੋਂ ਮਗਰੋਂ ਹਰ ਸਾਲ ਸਿੱਖ ਸਮਾਜ ਦੀ ਵਿਦਿਅਕ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਤੇ ਹੋਰ ਸਕੂਲ ਖੋਲ੍ਹਣ ਲਈ ਵਿਦਿਅਕ ਕਾਨਫਰੰਸ ਬੁਲਾਈ ਜਾਣ ਲੱਗੀ। ਇਨ੍ਹਾਂ ਖਾਲਸਾ ਸਕੂਲਾਂ ਵਿੱਚ ਗੁਰਮੁਖੀ ਤੇ ਸਿੱਖ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਲਾਜ਼ਮੀ ਹੁੰਦੀ ਸੀ। 1856 ਵਿੱਚ ਪੰਜਾਬ ਸਰਕਾਰ ਦੇ ਵਿੱਦਿਆ ਵਿਭਾਗ ਦੀ ਸਥਾਪਨਾ ਕੀਤੀ ਗਈ ਤੇ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਨਾਲੋਂ ਸੁਤੰਤਰ ਤੇ ਵੱਖਰੇ ਸਕੂਲ ਖੋਲ੍ਹਣ ਦਾ ਮੁੱਢ ਬੱਝ ਗਿਆ। ਉਸ ਤੋਂ ਪਹਿਲਾਂ ਤਾਂ ਸਕੂਲ ਉਹਨਾਂ ਨਾਲ ਹੀ ਸੰਬੰਧਿਤ ਹੁੰਦੇ ਸਨ। ਪੱਛਮੀ ਪੰਜਾਬ ਵਿੱਚ ਸਰ ਖੇਮ ਸਿੰਘ ਬੇਦੀ ਨੇ ਖਾਲਸਾ ਸਕੂਲ ਖੋਲ੍ਹਣ ਵਿੱਚ ਪ੍ਰਮੁੱਖ ਹਿੱਸਾ ਪਾਇਆ। ਸਿੱਖ ਸਕੂਲ ਅੰਮ੍ਰਿਤਸਰ, ਲਾਹੌਰ, ਫਿਰੋਜ਼ਪੁਰ ਤੇ ਕੈਰੋਂ, ਕਰਜਾਖ, ਚੂੜਚੱਕ ਤੇ ਭਸੌਰ ਜਿਹੇ ਪਿੰਡਾਂ ਵਿੱਚ ਵੀ ਖੋਲ੍ਹੇ ਗਏ। ਸਭ ਤੋਂ ਉੱਘਾ ਸਕੂਲ ਫਿਰੋਜ਼ਪੁਰ ਵਿੱਚ ਭਾਈ ਤਖ਼ਤ ਸਿੰਘ ਵੱਲੋਂ ਖੋਲ੍ਹਿਆ ਸਿੱਖ ਕੰਨਿਆ ਮਹਾਵਿਦਿਆਲਾ ਸੀ। ਸਿੱਖਿਆ ਵਿੱਚ ਹੋਏ ਵਾਧੇ ਨੇ ਕਿਤਾਬਾਂ, ਰਸਾਲਿਆਂ, ਕਿਤਾਬਚਿਆਂ ਤੇ ਅਖਬਾਰਾਂ ਦੀ ਛਪਾਈ ਨੂੰ ਪ੍ਰੇਰਨਾ ਦਿੱਤੀ। ਪੰਜਾਬੀ ਪੱਤਰਕਾਰੀ ਵਿੱਚ ਪਹਿਲਾ ਉੱਤਮ ਹਫ਼ਤਾਵਾਰ ਖਾਲਸਾ ਅਖਬਾਰ ਸੀ। 1899 ਖਾਲਸਾ ਸਮਾਚਾਰ ਕੱਢਣਾ ਸ਼ੁਰੂ ਕੀਤਾ ਗਿਆ ਤੇ ਇਹ ਛੇਤੀ ਹੀ ਸਿੱਖ ਬਰਾਦਰੀ ਦਾ ਉੱਘਾ ਤੇ ਮੋਹਰੀ ਅਧਿਆਤਮਕ ਰਸਾਲਾ ਬਣ ਗਿਆ। ਭਾਈ ਵੀਰ ਸਿੰਘ ਦੀ ਸੰਪਾਦਕੀ ਸਮੇਂ ਇਸ ਦੀ ਵਿਕਰੀ ਵਿੱਚ ਬਹੁਤ ਵਾਧਾ ਹੋਇਆ ਤੇ ਉਹ ਆਪ ਇੱਕ ਉੱਘਾ ਨਾਵਲਕਾਰ, ਕਵੀ ਤੇ ਧਾਰਮਿਕ ਲਿਖਤਾਂ ਦਾ ਵਿਆਖਿਆਕਾਰ ਬਣ ਗਿਆ। ਵੀਰ ਸਿੰਘ ਨੇ ਖਾਲਸਾ ਟਰੱਸਟ ਸੁਸਾਇਟੀ ਆਰੰਭ ਕੀਤੀ ਤੇ ਸਿੱਖ ਇਤਿਹਾਸ ਤੇ ਧਰਮ ਦੇ ਵੱਖ-ਵੱਖ ਪੱਖਾਂ ਤੇ ਸਾਹਿਤ ਛਾਪਿਆ। ਗੁਰਮੁਖੀ ਤੇ ਅੰਗਰੇਜ਼ੀ ਵਿੱਚ ਸਿੱਖ ਧਰਮ ਬਾਰੇ ਛਾਪੀਆਂ ਗਈਆਂ ਪੁਸਤਕਾਂ ਦਾ ਹੜ੍ਹ ਆ ਗਿਆ। ਗੁਰਮੁਖੀ ਵਿੱਚ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ਨ ਤੇ ਤਵਾਰੀਖ, ਗੁਰੂ ਖਾਲਸਾ ਤੇ ਕਾਹਨ ਸਿੰਘ ਦਾ ਵੱਡ ਅਕਾਰੀ, ਗੁਰਸ਼ਬਦ, ਰਤਨਾਕਰ ਮਹਾਕੋਸ਼ ਸਦੀਵੀ ਮਹੱਤਤਾ ਵਾਲੇ ਗ੍ਰੰਥ ਸਨ। M.A. ਮੈਕਲਿਫ ਦਾ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਗ੍ਰੰਥ ਵੀ ਇਸ ਸਮੇਂ ਹੀ ਛਾਪਿਆ ਗਿਆ। ਸਿੰਘ ਸਭਾ ਲਹਿਰ ਨੇ ਨਾ ਸਿਰਫ ਸਿੱਖਾਂ ਤੇ ਹਿੰਦੂਆਂ ਵਿੱਚ ਮੁੜ ਰਲ ਜਾਣ ਨੂੰ ਠੱਲ ਪਾਈ, ਸਗੋਂ ਹਿੰਦੂਆਂ ਵਿੱਚ ਵੀ ਧਰਮ ਬਦਲਣ ਦੀ ਲਹਿਰ ਚਲਾ ਕੇ ਮੋੜਵੀਂ ਕਾਰਵਾਈ ਕੀਤੀ। ਉੱਤਰੀ ਤੇ ਪੱਛਮੀ ਪੰਜਾਬ ਤੇ ਸਿੰਧ ਦੇ ਹਿੰਦੂਆਂ ਦੀ ਭਾਰੀ ਗਿਣਤੀ ਸਹਿਜਧਾਰੀ ਸਿੱਖ ਬਣ ਗਈ
ਤੇ ਸਹਿਜਧਾਰੀ ਸਿੱਖ ਖਾਲਸਾ ਬਣੇ। ਆਰੀਆ ਸਮਾਜ ਦੇ ਉਭਾਰ ਤੇ ਵਿਸਥਾਰ ਨੇ ਪੰਜਾਬ ਵਿੱਚ ਹਿੰਦੂ ਸਿੱਖ ਸਬੰਧਾਂ ਤੇ ਪੰਜਾਬ ਵਿੱਚ ਅੰਗਰੇਜ਼ ਵਿਰੋਧੀ ਰਾਜਸੀ ਲਹਿਰ ਦੇ ਆਕਾਰ ਤੇ ਝੁਕਾਅ ਉੱਪਰ ਵੀ ਪ੍ਰਭਾਵ ਪਾਇਆ। ਸਿੱਖਾਂ ਨੇ ਆਰੀਆ ਸਮਾਜੀ ਦੀ ਸ਼ੁੱਧੀ ਮੁਹਿੰਮ ਦਾ ਸਖਤ ਵਿਰੋਧ ਕੀਤਾ। ਜਿਤਨਾ ਜ਼ਿਆਦਾ ਸਮਾਜ ਦਾਅਵਾ ਕਰਦੇ ਕਿ ਸਿੱਖ ਹਿੰਦੂ ਧਰਮ ਦਾ ਹੀ ਇੱਕ ਮਤ ਹੈ, ਸਿੱਖ ਉਤਨਾ ਹੀ ਇਸ ਗੱਲ ਤੇ ਜ਼ੋਰ ਦਿੰਦੇ ਕਿ ਉਹ ਵੱਖਰੇ ਹਨ। ਇਸ ਕਰਮ ਤੇ ਪ੍ਰਤੀਕਰਮ ਨੇ ਹਿੰਦੂ ਸਿੱਖਾਂ ਤੇ ਨਿਕਟ ਸਮਾਜਿਕ ਸਬੰਧਾਂ ਵਿੱਚ ਤਰੇੜ ਪਾ ਦਿੱਤੀ। ਇਸ ਦਾ ਪ੍ਰਗਟਾਵਾ ਉਸ ਸਮੇਂ ਦੇ ਨਾਭਾ ਦੇ ਮੁੱਖ ਮੰਤਰੀ ਵਿਦਵਾਨ ਕਾਹਨ ਸਿੰਘ ਦੀ ਰਚਨਾ ਹਮ ਹਿੰਦੂ ਨਹੀਂ ਹੈ ਵਿੱਚ ਹੋਇਆ। ਭਾਵੇਂ ਸਿੰਘ ਸਭਾ ਲਹਿਰ 1920 ਈਸਵੀ ਵਿੱਚ ਖਤਮ ਹੋ ਗਈ, ਪਰੰਤੂ ਹਿੰਦੂ ਧਰਮ ਪ੍ਰਤੀ ਇਸ ਦਾ ਰੱਖਿਆਤਮਕ ਵਤੀਰਾ ਇੱਕ ਸਦੀਵੀ ਵਿਰਸਾ ਬਣ ਗਿਆ। ਦਇਆਨੰਦ ਦੀਆਂ ਸਿੱਖਿਆਵਾਂ ਵਿੱਚ ਵੀ ਸਿਆਸੀ ਰੰਗਤ ਸੀ। ਹਿੰਦੂ ਧਰਮ ਨੂੰ ਉੱਤਰ ਵੈਦਿਕ ਕਾਲ ਦੇ ਮੰਦ ਪ੍ਰਭਾਵਾਂ ਤੋਂ ਸ਼ੁੱਧ ਕਰਨ ਦੀ ਇੱਛਾ ਦੇ ਨਾਲ ਨਾਲ ਉਹ ਹਿੰਦੂ ਸਮਾਜ ਨੂੰ ਗੈਰ ਹਿੰਦੂ ਪ੍ਰਭਾਵਾਂ ਤੋਂ ਵੀ ਮੁਕਤ ਕਰਾਉਣ ਦਾ ਖਾਹਿਸ਼ਮੰਦ ਸੀ। ਉਸ ਦੀ ਇਸਲਾਮ ਤੇ ਈਸਾਈਆਂ ਦੀ ਆਲੋਚਨਾ ਅਸਲ ਵਿੱਚ ਭਾਰਤੀ ਮੁਸਲਮਾਨਾਂ ਤੇ ਅੰਗਰੇਜ਼ਾਂ ਦੀ ਆਲੋਚਨਾ ਸੀ। ਇਸ ਦੇ ਫਲਸਰੂਪ ਆਰੀਆ ਸਮਾਜ ਵੱਲੋਂ ਹਿੰਦੂ ਧਰਮ ਦੇ ਉਥਾਨ ਨੇ ਮੁਸਲਮਾਨਾਂ ਤੇ ਅੰਗਰੇਜ਼ਾਂ ਪ੍ਰਤੀ ਵਿਰੋਧੀ ਝੁਕਾਅ ਨੂੰ ਜਨਮ ਦਿੱਤਾ, ਜੋ ਆਮ ਹੀ ਪੰਜਾਬੀ ਹਿੰਦੂ ਰਾਸ਼ਟਰਵਾਦੀਆਂ ਦੇ ਭਾਸ਼ਣਾਂ ਵਿੱਚ ਵੇਖਿਆ ਜਾ ਸਕਦਾ ਸੀ। ਜਿਨ੍ਹਾਂ ਵਿੱਚੋਂ ਵਧੇਰੇ ਆਰੀਆ ਸਮਾਜੀ ਸਨ, ਜਿਵੇਂ ਲਾਜਪਤ ਰਾਏ, ਅਜੀਤ ਸਿੰਘ, ਹੰਸਰਾਜ ਤੇ ਬਹੁਤ ਸਾਰੇ ਪੰਜਾਬੀ ਹਿੰਦੂ ਆਤੰਕਵਾਦੀ। ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਆਰੀਆ ਸਮਾਜੀਆਂ ਦੇ ਗਲਬੇ ਨੇ ਆਜ਼ਾਦੀ ਲਹਿਰ ਨੂੰ ਹਿੰਦੂ ਪੁਨਰ ਉਥਾਨ ਦਾ ਇੱਕ ਅੰਸ਼ ਬਣਾ ਦਿੱਤਾ ਤੇ ਇਹੋ ਸਿੱਖਾਂ ਤੇ ਮੁਸਲਮਾਨਾਂ ਦੇ ਵੱਖਰੇ ਰਹਿਣ ਦਾ ਵੱਡਾ ਕਾਰਨ ਸੀ। ਭਾਗ ਚੌਥਾ, ਰਾਜਸੀ ਲਹਿਰਾਂ, ਮਾਰਕਸਵਾਦੀ, ਰਾਸ਼ਟਰੀਵਾਦੀ ਤੇ ਸੰਪਰਦਾਇਕ। ਨਹਿਰਾਂ ਦੇ ਪ੍ਰਸਾਰ ਨਾਲ ਮਾਰੂਥਲੀ ਭੂਮੀ ਦੇ ਸੁਧਾਰ ਕਾਰਨ ਨੌਕਰੀਆਂ ਵਿੱਚ ਸਰਕਾਰੀ ਸਰਪ੍ਰਸਤੀ ਕਰਕੇ ਅਤੇ ਪੱਛਮੀ ਸਿੱਖਿਆ ਦੇ ਸ਼ੁਰੂ ਹੋਣ ਨਾਲ ਸਿੱਖਾਂ ਵਿੱਚ ਆਰਥਿਕ, ਸਮਾਜਿਕ ਤੇ ਰਾਜਸੀ ਤਬਦੀਲੀਆਂ ਆਈਆਂ। ਨਹਿਰੀ ਆਬਾਦੀ ਕਾਰਨ ਜ਼ਮੀਨ ਤੇ ਦਬਾਅ ਘਟਿਆ ਤੇ ਕਿਸਾਨਾਂ ਵਿੱਚ ਬੇਮਿਸਾਲ ਖੁਸ਼ਹਾਲੀ ਆਈ। ਪਰੰਤੂ ਉਹਨਾਂ ਦੀ ਇਹ ਖੁਸ਼ਹਾਲੀ ਥੋੜ੍ਹੇ ਸਮੇਂ ਲਈ ਹੀ ਸੀ, ਕਿਉਂਕਿ ਥੋੜ੍ਹੇ ਹੀ ਸਾਲਾਂ ਵਿੱਚ ਉਹਨਾਂ ਦੀ ਖੇਤ ਮਾਲਕੀ ਦੇ ਫਿਰ ਟੁਕੜੇ ਹੋ ਗਏ ਤੇ ਜ਼ਮੀਨ ਫਿਰ ਘਾਟੇਬੰਦੀ ਹੋ ਗਈ। ਪੇਂਡੂ ਕਰਜ਼ਾ ਬਹੁਤ ਵੱਧ ਗਿਆ। ਜਿਹੜੇ ਪਰਿਵਾਰ ਪੈਸਾ ਖਰਚ ਸਕਦੇ ਸਨ, ਉਹਨਾਂ ਨੇ ਆਪਣੇ ਛੋਟੇ ਪੁੱਤਰਾਂ ਨੂੰ ਧਨ ਦੀ ਕਮਾਈ ਲਈ ਵਿਦੇਸ਼ਾਂ ਵਿੱਚ ਰੁਜ਼ਗਾਰ ਲੱਭਣ ਲਈ ਭੇਜ ਦਿੱਤਾ। ਇਸ ਤਰ੍ਹਾਂ ਸਿੱਖ ਬਰਮਾ, ਮਲਾਇਆ, ਸਿੰਗਾਪੁਰ, ਥਾਈਲੈਂਡ, ਚੀਨ ਵਿੱਚ ਜਾ ਵਸੇ। ਏਸ਼ੀਆ ਤੱਟਾਂ 'ਚੋਂ ਵਧੇਰੇ ਸਾਹਸੀ ਤੇ ਉਦਮੀ ਸ਼ਾਂਤ ਮਹਾਸਾਗਰ ਤੋਂ ਕੈਨੇਡਾ ਤੇ ਸੰਯੁਕਤ ਰਾਜ ਚਲੇ ਗਏ। ਉਸ ਸਮੇਂ ਹੀ ਛੋਟੇ ਵਪਾਰੀਆਂ ਨੇ ਆਪਣੇ ਕਾਰ ਵਿਹਾਰ ਅਫਰੀਕਾ ਦੇ ਪੂਰਬੀ ਤੱਟ ਤੇ ਸ਼ੁਰੂ ਕਰ ਲਏ। ਅਮਰੀਕਾ ਮਹਾਂਦੀਪ ਵਿੱਚ ਸਿੱਖ ਪ੍ਰਵਾਸੀਆਂ ਨੂੰ ਨਸਲੀ ਵਿਤਕਰੇ ਦਾ ਟਾਕਰਾ ਕਰਨਾ ਪਿਆ ਤੇ ਇਸ ਕਾਰਨ ਉਹਨਾਂ ਵਿੱਚ ਦੂਸਰੇ ਦੇਸ਼ਾਂ ਪ੍ਰਤੀ ਘਿਰਨਾ ਪੈਦਾ ਹੋ ਗਈ, ਜਿਸ ਕਾਰਨ ਉਹ ਮਾਰਕਸਵਾਦ ਦੇ ਪ੍ਰਸਾਰ ਲਈ ਬੜੀ ਜਰਖੇਜ਼ ਭੂਮੀ ਸਾਬਿਤ ਹੋਏ। ਅੰਗਰੇਜ਼ੀ ਰਾਜ ਪ੍ਰਤੀ ਜੋਸ਼, ਜੋ ਪਹਿਲੇ ਸੰਸਾਰ ਯੁੱਧ 1914 ਤੋਂ 1918 ਵਿੱਚ ਚਰਮ ਸੀਮਾ ਤੇ ਪਹੁੰਚ ਗਿਆ ਸੀ, ਉਹ ਘਟ ਗਿਆ। ਸਿੱਖ ਪ੍ਰਵਾਸੀਆਂ ਨਾਲ ਦੁਰਵਿਹਾਰ ਬਾਰੇ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਕੋਲ ਸਰਕਾਰ ਦਾ ਵਿਰੋਧ ਕਰਨ ਤੋਂ ਇਨਕਾਰ, ਵਿਧਾਨਿਕ ਸੁਧਾਰ ਤੋਂ ਨਿਰਾਸ਼ਤਾ, ਅਪ੍ਰੈਲ 1919 ਨੂੰ ਅੰਮ੍ਰਿਤਸਰ ਦਾ ਗੋਲੀकांड ਤੇ ਜੱਦੀ ਪੁਸ਼ਤੀ ਪੁਜਾਰੀਆਂ ਤੇ ਮਹੰਤਾਂ ਤੋਂ ਗੁਰਦੁਆਰਿਆਂ ਦਾ ਕਬਜ਼ਾ ਲੈਣ ਲਈ ਚਲਾਈ ਲਹਿਰ ਨੂੰ ਸਰਕਾਰ ਵੱਲੋਂ ਸਖਤੀ ਨਾਲ ਦਬਾਉਣ ਕਰਕੇ ਸਿੱਖਾਂ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਗੁੱਸਾ ਪੈਦਾ ਹੋ ਗਿਆ। ਇਸ ਤੋਂ 3 ਰਾਜਸੀ ਦਲਾਂ ਦਾ ਜਨਮ ਹੋਇਆ: ਕਮਿਊਨਿਸਟ, ਰਾਸ਼ਟਰੀਵਾਦੀ ਤੇ ਅਕਾਲੀ। ਪਹਿਲੇ ਸੰਸਾਰ ਯੁੱਧ ਦੇ ਮਗਰੋਂ ਦੇ ਸਾਲਾਂ ਵਿੱਚ ਜਦੋਂ ਲੋਕਾਂ ਦੀ ਸ਼ਾਸਨ ਵਿੱਚ ਭਾਗੀਦਾਰੀ ਵਧਾਉਣ ਦੇ ਕਦਮ ਉਠਾਏ ਗਏ,
ਇਹ ਤਿੰਨੇ ਰਾਜਸੀ ਦਲ ਸ਼ਕਤੀ ਲਈ ਘੋਲ ਕਰਨ ਲੱਗੇ। ਉਨ੍ਹਾਂ ਵਿੱਚ ਸਭ ਤੋਂ ਪ੍ਰਭਾਵੀ ਤੇ ਸ਼ਕਤੀਸ਼ਾਲੀ ਅਕਾਲੀ ਰਹੇ। ਕਾਂਡ 10ਵਾਂ ਪੇਂਡੂ ਕਰਜ਼ਦਾਰੀ ਤੇ ਕਿਸਾਨ ਅੰਦੋਲਨ। ਪੰਜਾਬ ਕਿਸਾਨ ਖੁਸ਼ਹਾਲੀ ਤੇ ਕਰਜ਼ੇ ਵਿੱਚ। ਮਾਰੂਥਲੀ ਭੂਮੀ ਦੇ ਨਹਿਰੀ ਸਿੰਚਾਈ ਨਾਲ ਸੁਧਾਰ ਹੋਣ ਤੇ ਉਪਜ ਦੇ ਮੰਡੀਕਰਨ ਦੀਆਂ ਸਹੂਲਤਾਂ ਕਾਰਨ ਪੰਜਾਬ ਵਿੱਚ ਇੱਕ ਅਜਿਹਾ ਖੁਸ਼ਹਾਲੀ ਦਾ ਸਮਾਂ ਆਇਆ ਜੋ ਪਹਿਲਾਂ ਕਿਸੇ ਨੇ ਨਹੀਂ ਵੇਖਿਆ ਸੀ। ਪਰੰਤੂ ਇਹ ਖੁਸ਼ਹਾਲੀ ਆਪਣੇ ਨਾਲ ਉਹ ਤਬਦੀਲੀ ਵੀ ਲਿਆਈ ਜਿਸ ਨੇ ਪੂਰੀ ਤਰ੍ਹਾਂ ਪੰਜਾਬੀ ਜਨਜੀਵਨ ਦਾ ਸਮਾਜਿਕ ਢਾਂਚਾ ਹੀ ਬਦਲ ਦਿੱਤਾ। ਖੇਤੀ 'ਚੋਂ ਆਮਦਨ ਦੇ ਵਾਧੇ ਦਾ ਸਿੱਟਾ ਇਹ ਨਿਕਲਿਆ ਕਿ ਜ਼ਮੀਨ ਦੀ ਕੀਮਤ ਵਿੱਚ ਵਾਧਾ ਹੋ ਗਿਆ। 1970 ਈਸਵੀ ਵਿੱਚ 10 ਰੁਪਏ ਪ੍ਰਤੀ ਏਕੜ ਦੀ ਥਾਂ ਸਦੀ ਦੇ ਬਦਲਣ ਤੇ ਇਹ 100 ਰੁਪਏ ਪ੍ਰਤੀ ਏਕੜ ਹੋ ਗਈ। ਜ਼ਮੀਨ ਬੜੀ ਕੀਮਤੀ ਵਸਤੂ ਬਣ ਗਈ ਤੇ ਛੋਟੇ ਕਿਸਾਨ ਆਪਣੇ ਖੇਤੀ ਮਾਲਕੀ ਵੇਚਣ ਦਾ ਲਾਲਚ ਰੋਕ ਨਾ ਸਕੇ। ਹੌਲੀ ਹੌਲੀ ਸੁਸਤ ਦਿਮਾਗ ਕਿਸਾਨ ਨੇ ਮਹਿਸੂਸ ਕੀਤਾ ਕਿ ਉਹ ਤਾਂ ਉਹਦੀ ਨਜ਼ਰ ਵਿੱਚ ਅਸੀਮਿਤ ਕਰਜ਼ ਲੈ ਸਕਣ ਵਾਲੀ ਵਸਤੂ ਦਾ ਮਾਲਕ ਸੀ ਤੇ ਉਸ ਨੇ ਇਹਦੀ ਪੂਰੀ ਵਰਤੋਂ ਕੀਤੀ। ਤੇ ਇੱਕ ਵਾਰ ਜਦੋਂ ਕਿਸਾਨ ਨੇ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਉਸ ਨੇ ਸਵੈ ਨਿਰਭਰਤਾ ਛੱਡ ਦਿੱਤੀ ਤੇ ਇਹ ਉਹਦੀ ਆਦਤ ਬਣ ਗਈ। ਬਸ ਚੜ੍ਹਿਆ 100 ਤੇ ਲੱਥਾ ਭੌ। ਭੂਮੀਹੀਨ ਕਿਸਾਨਾਂ ਦੀ ਗਿਣਤੀ ਖਤਰਨਾਕ ਹੱਦ ਤੱਕ ਵੱਧ ਗਈ। 1869 ਦੇ ਕਾਲ ਤੇ ਪਸ਼ੂ ਧਨ ਦੀ ਭਾਰੀ ਮ੍ਰਿਤੂ ਦਰ ਕਾਰਨ ਸਮੱਸਿਆ ਹੋਰ ਗੰਭੀਰ ਹੋ ਗਈ। ਕਿਸਾਨ ਮਾਮਲਾ ਨਾ ਦੇ ਸਕੇ ਤੇ ਉਹਨਾਂ ਨੂੰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ। 1870 ਵਿੱਚ ਕਿਸਾਨਾਂ ਦੀ ਕਰਜ਼ਦਾਰੀ ਦਾ ਉਹ ਦੌਰ ਆਇਆ ਜੋ ਪਹਿਲਾਂ ਕਿਸਾਨਾਂ ਨੇ ਕਦੇ ਨਹੀਂ ਵੇਖਿਆ ਸੀ। 1877 ਤੋਂ ਜਿਹੜਾ ਕਿ ਥੁੜਾਂ ਦਾ ਇੱਕ ਹੀ ਸਾਲ ਸੀ, ਸਥਿਤੀ ਹੋਰ ਗੰਭੀਰ ਹੋ ਗਈ। ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੇ ਜਟਿਲ ਕਾਨੂੰਨੀ ਢਾਂਚੇ ਕਾਰਨ ਕਿਰਸਾਨਾਂ ਦੀ ਗਰੀਬੀ ਤੇ ਸ਼ਾਹੂਕਾਰਾਂ ਤੇ ਵਕੀਲਾਂ ਦੀ ਸਮਰਿੱਧੀ ਵਿੱਚ ਵਾਧਾ ਹੋਇਆ। ਥੋਰਬਰਨ ਨੇ ਲਿਖਿਆ, ਵਾਹੀ ਖੇਤੀ ਦਾ ਨਫਾ ਸ਼ਾਹੂਕਾਰ ਲੈ ਜਾਵੇ। ਇਹ ਅਜਿਹੀ ਕ੍ਰਾਂਤੀ ਹੈ ਜੋ ਭਾਰਤ ਵਿੱਚ ਪਹਿਲਾਂ ਕਦੇ ਕਿਸੇ ਨਹੀਂ ਵੇਖੀ, ਪਰ ਸਾਡੇ ਪ੍ਰਬੰਧ ਨੇ ਇਹੋ ਕੁਝ ਹੀ ਲਿਆਂਦਾ ਹੈ। ਕਰਜ਼ਾ ਦੇਣਾ ਇੱਕ ਪ੍ਰਸਿੱਧ ਧੰਦਾ ਬਣ ਗਿਆ। ਪਹਿਲਾਂ ਸ਼ਾਹੂਕਾਰ ਜ਼ਮੀਨ ਵਰਗੀ ਕਿਸੇ ਚੀਜ਼ ਤੇ ਕਰਜ਼ ਦੇਣ ਤੋਂ ਨਫ਼ਰਤ ਕਰਦੇ ਸਨ। ਹੁਣ ਜ਼ਮੀਨ ਦੀ ਮਾਲਕੀ ਦੇ ਬੋਝ ਤੋਂ ਬਿਨਾਂ ਹੀ ਇਸ ਦੀ ਫਸਲ ਤੇ ਕਰਜ਼ਾ ਦੇ ਦਿੰਦੇ ਸਨ। ਉਹਨਾਂ ਦੇ ਵਿਹਾਰ ਬਹੁਤ ਅਨੈਤਿਕ ਸਨ। ਉਹ ਝੂਠਾ ਹਿਸਾਬ ਕਿਤਾਬ ਰੱਖਦੇ ਸਨ ਤੇ ਇਤਨਾ ਸੂਦ ਲੈਂਦੇ ਸਨ ਜਿਸ ਨਾਲ ਉਹਨਾਂ ਦੀ ਸਾਮੀ ਸਦਾ ਹੀ ਕਰਜ਼ਦਾਰ ਰਹਿੰਦੀ ਸੀ। ਪਰੰਤੂ ਵਾਹੀਕਾਰ ਨੇ ਆਪਣੀ ਹਾਲਤ ਸੁਧਾਰਨ ਲਈ ਕੋਈ ਯਤਨ ਨਾ ਕੀਤਾ। ਜੱਟ ਸਿੱਖ ਨੇ ਆਪਣੇ ਗਮ ਗਲਤ ਕਰਨ ਹੀ ਸ਼ਰਾਬ ਪੀਣ ਦੀ ਪਿਤਾ ਪੁਰਖੀ ਆਦਤ ਦਾ ਸਹਾਰਾ ਲਿਆ। ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਉਹਨਾਂ ਦਾ ਝੁਕਾਅ ਅਫੀਮ ਵੱਲ ਹੋ ਗਿਆ। ਇਸ ਨਸ਼ੇ ਦੀ ਹਾਲਤ ਵਿੱਚ ਵਾਧੇ ਨਾਲ ਜੁਰਮਾਂ ਵਿੱਚ ਵੀ ਵਾਧਾ ਹੋਇਆ। ਪਰਿਵਾਰਕ ਲੜਾਈ ਝਗੜਿਆਂ ਤੇ ਨਹਿਰੀ ਪਾਣੀ ਨਾਲ ਸੰਬੰਧਿਤ ਖੈਬੜਬਾਜ਼ੀ ਜੋ ਹਰ ਵਾਹੀਕਾਰ ਬਰਾਦਰੀਆਂ ਵਿੱਚ ਆਮ ਹੀ ਸੀ ਤੋਂ ਬਿਨਾਂ ਵੀ ਜੱਟ ਸਿੱਖ ਅਕਾਰਨ ਹੀ ਮਨੋਰਥ ਤੇ ਉਤੇਜਨਾ ਦੇ ਬਿਨਾਂ ਲੜਾਈ ਝਗੜੇ ਕਰਦੇ ਸਨ ਤੇ ਕਚਹਿਰੀਆਂ ਵਿੱਚ ਮੁਕੱਦਮੇ ਭੁਗਤਣ ਲਈ ਵੀ ਕਰਜ਼ਾ ਲੈਂਦੇ ਸਨ। ਕਰਜ਼ਦਾਰੀਆਂ ਦੇ ਹੋਰ ਵੀ ਕਈ ਕਾਰਨ ਸਨ, ਜਿਵੇਂ ਵਿਆਹਾਂ ਦੇ ਖਰਚਿਆਂ ਲਈ, ਲੜਕੀਆਂ ਲਈ ਦਾਜ ਦੇਣ ਲਈ ਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਸਤਰੀਆਂ ਦੀ ਘਾਟ ਸੀ ਉੱਥੇ ਤੀਵੀਆਂ ਮੁੱਲ ਲੈਣ ਲਈ ਵੀ ਕਰਜ਼ਾ ਲਿਆ ਜਾਂਦਾ ਸੀ। ਪੰਜਾਬੀ ਕਿਸਾਨ ਭਾਰਤ ਵਿੱਚ ਦੂਸਰੇ ਲੋਕਾਂ ਨਾਲੋਂ ਵਧੇਰੇ ਝਗੜਾਲੂ ਤੇ ਮੁਕੱਦਮੇਬਾਜ਼ ਸਿੱਧ ਹੋਏ ਸਨ। ਅੱਧੀ ਤੋਂ ਥੋੜ੍ਹਾ ਘੱਟ ਪ੍ਰਾਂਤ ਦੀ ਸਭ ਬਾਲਕ ਵਸੋਂ ਕਚਹਿਰੀਆਂ ਵਿੱਚ ਮੁਕੱਦਮੇ ਭੁਗਤਦੀ ਸੀ ਤੇ ਹਰ ਸਾਲ 3-4 ਕਰੋੜ ਰੁਪਏ ਮੁਕੱਦਮਿਆਂ ਤੇ ਖਰਚਦੀ ਸੀ। ਇਸ ਤੋਂ ਬਿਨਾਂ ਕਰਜ਼ ਲੈਣ ਦੇ ਕੁਝ ਕੁਦਰਤੀ ਕਾਰਨ ਵੀ ਸਨ, ਜਿਵੇਂ ਕਿ ਵਸੋਂ ਦਾ ਵਾਧਾ। 1855 ਤੋਂ 1881 ਤੱਕ ਪੰਜਾਬ ਦੀ ਵਸੋਂ ਵਿੱਚ 20% ਵਾਧੇ ਦਾ ਅਨੁਮਾਨ ਲਾਇਆ ਗਿਆ ਸੀ।
ਜ਼ਮੀਨ ਉੱਪਰ ਦਬਾਅ ਬਹੁਤ ਵੱਧ ਗਿਆ ਤੇ ਖੇਤੀ ਮਾਲਕੀ ਲਾਹੇਵੰਦੀ ਨਾ ਰਹੀ। ਨਹਿਰੀ ਕਲੋਨੀਆਂ ਦੇ ਸ਼ਾਂਤ ਭਰਪੂਰ ਦਿਨ ਛੇਤੀ ਹੀ ਸਮਾਪਤ ਹੋ ਗਏ ਸਨ। ਭੂਮੀ ਇੰਤਕਾਲ ਦਾ ਕਾਨੂੰਨ 1900। ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਹਿੰਦੂ ਸਿੱਖ ਮਹਾਜਨਾਂ ਦੇ ਕਤਲ ਖਿਜੇ ਹੋਏ ਕਰਜ਼ਦਾਰਾਂ ਹੱਥੋਂ ਆਮ ਵਰਤਾਰਾ ਹੀ ਬਣ ਗਏ। ਸਰਕਾਰ ਨੂੰ ਅਸੰਤੁਸ਼ਟ ਕਿਸਾਨਾਂ ਤੋਂ ਹੁਣ ਖਤਰੇ ਦਾ ਅਹਿਸਾਸ ਹੋਇਆ, ਖਾਸ ਕਰਕੇ ਉਸ ਕਿਰਸਾਨੀ ਤੋਂ ਜਿਨ੍ਹਾਂ ਵਿੱਚ ਫੌਜ ਲਈ ਬਹੁਤੇ ਜਵਾਨ ਭਰਤੀ ਕਰਦੀ ਹੈ, ਜਿਸ ਦੀ ਵਫ਼ਾਦਾਰੀ ਉੱਪਰ ਮੁਲਕ ਦੀ ਅੰਦਰੂਨੀ ਸੁਰੱਖਿਆ ਨਿਰਭਰ ਕਰਦੀ ਹੈ। ਲੈਂਡ ਐਲੀਏਨੇਸ਼ਨ ਐਕਟ ਸ਼ਾਹੂਕਾਰਾਂ ਦੇ ਧੜੇ ਤੋਂ ਕਿਸਾਨਾਂ ਨੂੰ ਮੁਕਤ ਕਰਵਾਉਣ ਲਈ ਤਿਆਰ ਕੀਤਾ ਗਿਆ। ਇਸ ਨਾਲ ਡਿਗਰੀਆਂ ਉਗਰਾਉਣ ਲਈ ਜ਼ਮੀਨ ਦੀ ਕੁਰਕੀ ਤੇ ਰੋਕ ਲਾ ਦਿੱਤੀ ਤੇ ਉਹ ਰਹਿਣਨਾਮੇ ਗੈਰ ਕਾਨੂੰਨੀ ਕਰਾਰ ਦੇ ਦਿੱਤੇ ਗਏ, ਜਿਨ੍ਹਾਂ ਨਾਲ ਜ਼ਮੀਨ ਵੇਚਣ ਦੀ ਸ਼ਰਤ ਲੱਗੀ ਹੋਈ ਸੀ। ਇਸ ਨੇ ਵਿਸ਼ੇਸ਼ ਪ੍ਰਵਾਨਗੀ ਤੋਂ ਬਿਨਾਂ ਕਾਸ਼ਤਕਾਰ ਜਾਤੀਆਂ ਦੀ ਜ਼ਮੀਨ ਗੈਰ ਕਾਸ਼ਤਕਾਰਾਂ ਕੋਲ ਵੇਚਣ ਦੀ ਮਨਾਹੀ ਕਰ ਦਿੱਤੀ। ਇਸ ਅਨੁਸਾਰ ਕਾਸ਼ਤਕਾਰਾਂ ਦੀ ਜ਼ਮੀਨ ਗੈਰ ਕਾਸ਼ਤਕਾਰਾਂ ਕੋਲ ਰਹਿਣ ਕਰਨੀ ਵੀ ਗੈਰ ਕਾਨੂੰਨੀ ਘੋਸ਼ਿਤ ਕੀਤੀ ਜਾਵੇਗੀ, ਜਦ ਤੱਕ ਰਹਿਣ ਕੀਤੀ ਜ਼ਮੀਨ ਦੀ ਆਪਣੇ ਆਪ ਛੁੱਟਣ ਦੀ ਧਾਰਾ ਨਾਲ ਨਾ ਹੋਵੇ। ਇਹਨਾਂ ਧਾਰਾਵਾਂ ਨੂੰ ਅਮਲ ਵਿੱਚ ਲਿਆਉਣਾ ਯਕੀਨੀ ਬਣਾਉਣ ਲਈ ਕਾਨੂੰਨ ਨੇ ਜ਼ਮੀਨ ਠੇਕੇ ਤੇ ਦੇਣ ਲਈ ਹੱਦ 5 ਸਾਲ ਲਈ ਸੀਮਿਤ ਕਰ ਦਿੱਤੀ। ਇਸ ਕਾਨੂੰਨ ਅਨੁਸਾਰ ਕਾਸ਼ਤਕਾਰਾਂ ਦੇ ਹਿੱਤ ਸੁਰੱਖਿਅਤ ਕਰਨ ਵਿੱਚ ਤਾਂ ਸਫਲਤਾ ਮਿਲ ਗਈ, ਪਰ ਇਸ ਨੇ ਜਾਤੀਗਤ ਵਿਤਕਰੇ ਤੇ ਅਲੈਹਦਗੀ ਦੇ ਬੀਜ ਦਿੱਤੇ। ਕੌਣ ਕਾਸ਼ਤਕਾਰ ਸੀ ਤੇ ਕੌਣ ਗੈਰ ਕਾਸ਼ਤਕਾਰ, ਇਸ ਸਵਾਲ ਦਾ ਨਿਪਟਾਰਾ ਜ਼ਮੀਨ ਦੀ ਵਾਸਤਵਿਕ ਮਾਲਕੀ ਨਹੀਂ ਸਗੋਂ ਜਾਤ ਅਨੁਸਾਰ ਹੁੰਦਾ ਸੀ। ਇਸ ਤਰ੍ਹਾਂ ਸਭ ਜੱਟ, ਰਾਜਪੂਤ ਤੇ ਅਨੁਸੂਚਿਤ ਜਾਤੀਆਂ ਦੇ ਲੋਕ ਕਾਸ਼ਤਕਾਰ ਮੰਨ ਲਏ ਗਏ, ਜਦੋਂ ਕਿ ਸਭ ਖੱਤਰੀ, ਅਰੋੜੇ ਤੇ ਬਾਣੀਏ ਗੈਰ ਕਾਸ਼ਤਕਾਰ ਕਰਾਰ ਦਿੱਤੇ ਗਏ। ਕਾਨੂੰਨ ਨੇ ਜੱਟ ਮਹਾਜਨਾਂ ਤੇ ਅਰੋੜਾ ਕਾਸ਼ਤਕਾਰਾਂ ਵਿੱਚ ਕੋਈ ਛੋਟ ਨਾ ਕੀਤੀ। ਕਈ ਜ਼ਿਲ੍ਹਿਆਂ ਵਿੱਚ ਬ੍ਰਾਹਮਣਾਂ ਨੂੰ ਕਾਸ਼ਤਕਾਰ ਤੇ ਕਈਆਂ ਵਿੱਚ ਉਹਨਾਂ ਨੂੰ ਗੈਰ ਕਾਸ਼ਤਕਾਰ ਐਲਾਨਿਆ ਗਿਆ। ਵਿਅਕਤੀਆਂ ਦੀ ਔਂਕੜਾਂ ਇਤਨੀਆਂ ਨਹੀਂ ਸਨ ਜਿਤਨੀ ਗੰਭੀਰ ਵਸੋਂ ਦੀ ਜਾਤੀ ਦੇ ਆਧਾਰ ਤੇ ਵੰਡ ਸੀ। ਮੁਸਲਮਾਨ, ਜਿਨ੍ਹਾਂ ਵਿੱਚ ਜਾਤ ਪਾਤ ਦੀ ਕੋਈ ਮਹੱਤਤਾ ਨਹੀਂ ਸੀ, ਉਹਨਾਂ ਤੇ ਕੋਈ ਖਾਸ ਪ੍ਰਭਾਵ ਨਾ ਪਿਆ, ਨਾ ਹੀ ਇਸ ਦੇ ਵਿਪਰੀਤ ਕਾਰਨਾਂ ਕਰਕੇ ਹਿੰਦੂਆਂ ਤੇ। ਹਿੰਦੀ ਬੋਲਦੇ ਹਿੰਦੂ ਜੱਟ ਹਰਿਆਣਾ ਵਿੱਚ ਕੇਂਦਰਿਤ ਸਨ ਤੇ ਉਹਨਾਂ ਦੀ ਪੰਜਾਬੀ ਬੋਲਦੇ ਪੰਜਾਬ ਦੇ ਖੱਤਰੀਆਂ ਤੇ ਅਰੋੜਾ ਹਿੰਦੂਆਂ ਨਾਲ ਘੱਟ ਹੀ ਸਾਂਝ ਸੀ। ਸਭ ਤੋਂ ਅਧਿਕ ਪ੍ਰਭਾਵ ਜਿਸ ਫਿਰਕੇ ਤੇ ਪਿਆ ਉਹ ਸਿੱਖ ਸਨ। ਉਹਨਾਂ ਨੇ ਜਾਤ ਪਾਤ ਦੀਆਂ ਬੰਦਿਸ਼ਾਂ ਖਤਮ ਕਰਨ ਲਈ ਕਾਫੀ ਉਦਮ ਕੀਤਾ ਸੀ ਤੇ ਉਹਨਾਂ ਵਿੱਚ ਕਾਫੀ ਵੱਡੀ ਗਿਣਤੀ ਖੱਤਰੀਆਂ ਤੇ ਅਰੋੜੇ ਸਿੱਖਾਂ ਦੀ ਸੀ, ਤੇ ਉਹ ਕਿਉਂਕਿ ਖੇਤੀ ਕਰਦੇ ਸਨ, ਉਹਨਾਂ ਦੀ ਆਪਣੇ ਜੱਟ ਸਿੱਖ ਸਹਿਧਰਮੀਆਂ ਨਾਲ ਆਰਥਿਕ ਹਿੱਤਾਂ ਦੀ ਸਾਂਝ ਬਣ ਗਈ। ਜ਼ਮੀਨੀ ਇੰਤਕਾਲ ਦੇ ਕਾਨੂੰਨ ਨੇ ਜੱਟ ਸਿੱਖ ਕਿਸਾਨਾਂ ਤੇ ਗੈਰ ਜੱਟ ਸਿੱਖ ਕਿਸਾਨਾਂ ਦੇ ਸੰਬੰਧ ਤੋੜ ਕੇ ਉਹਨਾਂ ਨੂੰ ਵਿਰੋਧੀ ਧਿਰਾਂ ਵਜੋਂ ਲਿਆ ਖੜਾ ਕੀਤਾ। ਸਿੱਟੇ ਵਜੋਂ ਜੱਟ ਸਿੱਖ, ਜੱਟ ਹਿੰਦੂ ਤੇ ਜੱਟ ਮੁਸਲਮਾਨ ਦੇ ਵਧੇਰੇ ਨੇੜੇ ਹੋ ਗਿਆ ਤੇ ਅਰੋੜੇ ਤੇ ਖੱਤਰੀ ਸਿੱਖ ਅਰੋੜਾ ਤੇ ਖੱਤਰੀ ਹਿੰਦੂਆਂ ਦੇ ਨੇੜੇ ਹੋ ਗਏ। ਸਿਆਸੀ ਜੀਵਨ ਵਿੱਚ ਸਿੱਖ ਜੱਟਾਂ ਦੇ ਸਾਂਝੇ ਆਰਥਿਕ ਹਿੱਤ ਦੂਸਰੇ ਜੱਟਾਂ ਨਾਲ ਗੈਰ ਜੱਟ ਸਿੱਖਾਂ ਦੇ ਟਾਕਰੇ ਤੇ ਉੱਭਰ ਕੇ ਆਏ। ਆਰਥਿਕ ਤੇ ਸਿਆਸੀ ਮਤਭੇਦ ਨੇ ਅੰਤ ਵਿੱਚ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਸਿੱਖ ਜੱਟਾਂ ਨੇ ਗੈਰ ਜੱਟ ਸਿੱਖਾਂ ਨਾਲੋਂ ਹਿੰਦੂ ਜੱਟਾਂ ਵਿੱਚ ਵਿਆਹ ਕਰਾਉਣ ਨੂੰ ਤਰਜੀਹ ਦਿੱਤੀ ਤੇ ਸਿੱਖ ਖੱਤਰੀਆਂ ਤੇ ਅਰੋੜਿਆਂ ਨੇ ਜੱਟ ਸਿੱਖਾਂ ਨਾਲੋਂ ਬਰਾਬਰ ਦੀਆਂ ਹਿੰਦੂ ਜਾਤੀਆਂ ਵਿੱਚ ਆਪਸੀ ਵਿਆਹ ਕਰਾਉਣ ਨੂੰ ਪਹਿਲ ਦਿੱਤੀ। ਅੰਤ ਵਿੱਚ ਸਿੱਖਾਂ ਵਿੱਚ ਇੱਕ ਹੋਰ ਤੀਸਰੀ ਜਾਤ ਮੰਡਲੀ ਅਛੂਤਾਂ ਦੀ ਵੀ ਸੀ। ਸਿੱਖ ਅਛੂਤਾਂ ਨੇ ਅਨੁਭਵ ਕੀਤਾ ਕਿ ਉਹਨਾਂ ਦੀ ਉੱਚ ਜਾਤੀ ਦੇ ਸਿੱਖਾਂ ਨਾਲੋਂ ਹਿੰਦੂ ਅਛੂਤਾਂ ਨਾਲ ਵਧੇਰੇ ਸਾਂਝ ਹੈ। ਉਹਨਾਂ ਨੇ ਅਨੁਸੂਚਿਤ ਜਾਤੀਆਂ
ਵਾਲੇ ਕਾਨੂੰਨੀ ਅਧਿਕਾਰ ਦੀ ਮੰਗ ਕੀਤੀ। ਸੰਖੇਪ ਵਿੱਚ ਭੂਮੀ ਇੰਤਕਾਲ ਕਾਨੂੰਨ ਦੇ ਨਾਲ ਧਰਮ ਨਾਲੋਂ ਜਾਤ ਦਾ ਮਹੱਤਵ ਵੱਧ ਗਿਆ। ਸਿੱਖ 3 ਜਾਤਾਂ ਵਰਗਾਂ ਜੱਟਾਂ, ਗੈਰ ਜੱਟਾਂ ਤੇ ਅਛੂਤਾਂ ਵਿੱਚ ਵੰਡੇ ਗਏ। 1907 ਦਾ ਕਿਸਾਨ ਅੰਦੋਲਨ। ਲੈਂਡ ਏਲੀਨੇਸ਼ਨ ਐਕਟ ਨੇ ਕਾਸ਼ਤ ਵਾਲੀ ਭੂਮੀ ਨੂੰ ਮਹਾਜਨਾਂ ਦੇ ਹੱਥਾਂ ਤੋਂ ਜਾਣੋਂ ਤਾਂ ਬਚਾ ਲਿਆ, ਪਰ ਇਸ ਨੇ ਪੇਂਡੂ ਕਰਜ਼ੇ ਦੀ ਸਮੱਸਿਆ ਨੂੰ ਹੱਲ ਨਾ ਕੀਤਾ। ਪੰਜਾਬ ਉੱਪਰ ਕਈ ਕਿਆਮਤਾਂ ਆਈਆਂ। ਕਈ ਜ਼ਿਲ੍ਹਿਆਂ ਵਿੱਚ 2 ਵਾਰੀ ਕਾਲ ਪਿਆ ਤੇ ਇੱਕ ਵਾਰ ਸਾਰੇ ਪ੍ਰਾਂਤ ਵਿੱਚ ਗਿਲਟੀਦਾਰ ਪਲੇਗ ਦੀ ਮਹਾਮਾਰੀ ਫੈਲੀ, ਜਿਸ ਨਾਲ 40 ਲੱਖ ਤੋਂ ਉੱਪਰ ਜਾਨਾਂ ਗਈਆਂ। ਸ਼ਾਸਨ ਇਹਨਾਂ ਆਫਤਾਂ ਪ੍ਰਤੀ ਅਣਭਿੱਜ ਰਿਹਾ। ਇਸ ਨੇ ਮਾਮਲਾ ਮਾਫ਼ ਕਰਨ ਦੀ ਥਾਂ ਹਰ ਬੰਦੋਬਸਤ ਵਿੱਚ ਉਸ ਨੂੰ ਵਧਾਉਣਾ ਜਾਰੀ ਰੱਖਿਆ ਤੇ ਭੁਗਤਾਨ ਨਾ ਕਰ ਸਕਣ ਵਾਲਿਆਂ ਨੂੰ ਭਾਰੀਆਂ ਸਜ਼ਾਵਾਂ ਦਿੱਤੀਆਂ। ਬੇਚੈਨੀ ਦਾ ਤੁਰੰਤ ਕਾਰਨ ਚਨਾਬ ਦੀਆਂ ਨਹਿਰਾਂ ਵਾਲੀ 9 ਆਬਾਦੀ ਵਾਲੀਆਂ ਜ਼ਮੀਨਾਂ ਦੇ ਕਰ ਲਾਉਣ ਦਾ ਬਿੱਲ ਪੇਸ਼ ਕਰਨਾ ਸੀ। ਬਿੱਲ ਇਸ ਧਾਰਨਾ ਕਰਕੇ ਪਾਸ ਕੀਤਾ ਗਿਆ ਕਿ ਜ਼ਮੀਨ ਸਰਕਾਰ ਦੀ ਹੈ ਤੇ ਕਿਸਾਨ ਕੇਵਲ ਮੁਜਾਰੇ ਹਨ। ਇਹ ਕਿਸਾਨਾਂ ਦੇ ਮਾਲਕੀ ਹਕੂਕ ਦੀ ਪ੍ਰਚਲਿਤ ਧਾਰਨਾ ਦੇ ਵਿਰੁੱਧ ਸੀ, ਜਿਹੜੀਆਂ ਸਭ ਤੋਂ ਜ਼ਿਆਦਾ ਚੁਭਵੀਆਂ ਤੇ ਦਿਲ ਦੁਖਾਵੀਆਂ ਧਾਰਾਵਾਂ ਸਨ। ਉਨ੍ਹਾਂ ਦਾ ਸਬੰਧ ਆਬਦਕਾਰ ਨੂੰ ਵਸੀਅਤ ਕਰਨ ਦੇ ਹੱਕ ਤੋਂ ਵੰਚਿਤ ਕਰਨਾ ਤੇ ਉਨ੍ਹਾਂ ਨੂੰ ਆਪਣੇ ਖੇਤਾਂ 'ਚੋਂ ਦਰੱਖਤ ਕੱਟਣ ਦੇ ਹੱਕ 'ਤੇ ਰੋਕ ਲਾਉਣਾ ਸੀ। ਘਰਾਂ ਦੇ ਨਮੂਨੇ ਤੇ ਸਫਾਈ ਦੀ ਪੱਧਰ ਬਾਰੇ ਧਾਰਾਵਾਂ ਤਾਂ ਇਤਰਾਜ਼ਯੋਗ ਨਹੀਂ ਸਨ, ਪਰ ਉਹ ਧਾਰਾ ਇਤਰਾਜ਼ਯੋਗ ਸੀ ਜਿਸ ਵਿੱਚ ਪ੍ਰਸ਼ਾਸਨ ਨੂੰ ਭੁੱਲ ਚੁੱਕ ਦਿੱਤ ਉੱਪਰ ਕਬਜ਼ਾ ਕਰ ਲੈਣ ਦਾ ਅਧਿਕਾਰ ਸੀ। ਭਾਰਤੀ ਪ੍ਰੈਸ ਤੇ ਪੰਜਾਬ ਕਾਨੂੰਨੀ ਸਾਜ਼ ਅਸੈਂਬਲੀ ਦੇ ਮੈਂਬਰਾਂ ਨੇ ਬਿੱਲ ਦੀ ਸਖਤ ਆਲੋਚਨਾ ਕੀਤੀ। ਸਿੱਖਾਂ ਵੱਲੋਂ ਬੋਲਦਿਆਂ ਪ੍ਰਤਾਪ ਸਿੰਘ ਆਹਲੂਵਾਲੀਆ ਨੇ ਇਤਰਾਜ਼ ਕਰਦਿਆਂ ਕਿਹਾ ਕਿ ਬਿੱਲ ਦਾ ਮਨੋਰਥ ਸਰਕਾਰ ਨੂੰ ਵਿਸਵੇਦਾਰ ਤੇ ਪ੍ਰਬੰਧਕ ਦੋਵੇਂ ਹੀ ਬਣਾ ਦੇਣਾ ਹੈ। ਇਹ ਮੁਜਾਰੇ ਦੀ ਕੀਮਤ ਤੇ ਪ੍ਰਬੰਧ ਦੇ ਹੱਕਾਂ ਵਿੱਚ ਵਾਧਾ ਕਰਦਾ ਹੈ ਤੇ ਉਨ੍ਹਾਂ ਨੂੰ ਦੀਵਾਨੀ ਅਦਾਲਤਾਂ ਦੀ ਸੁਰੱਖਿਆ ਤੋਂ ਵੰਚਿਤ ਕਰਦਾ ਹੈ। ਉਸ ਦੇ ਇਤਰਾਜ਼ ਰੱਦ ਕਰ ਦਿੱਤੇ। ਜਦੋਂ 9 ਆਬਾਦਕਾਰੀ ਬਿੱਲ ਲੋਕਾਂ ਨੂੰ ਅੰਦੋਲਨ ਕਰਨ ਲਈ ਉਤੇਜਿਤ ਕਰ ਰਿਹਾ ਸੀ ਤਾਂ ਰਾਵਲਪਿੰਡੀ ਜ਼ਿਲ੍ਹੇ ਦੇ ਨਵੇਂ ਬੰਦੋਬਸਤ ਵਿੱਚ ਲਗਾਨ ਦੀ ਦਰ ਵਧਾ ਦਿੱਤੀ ਗਈ ਤੇ ਬਾਰੀ ਦੁਆਬ ਨਹਿਰਾਂ ਦਾ ਆਬਿਆਨਾ ਵੀ ਵਧਾ ਦਿੱਤਾ ਗਿਆ। ਇਸ ਕਾਰਵਾਈ ਤੋਂ ਲਾਇਲਪੁਰ, ਜਿਸ ਨੂੰ ਵਧੇਰੇ ਕਰਕੇ ਸਿੱਖਾਂ ਨੇ ਆਬਾਦ ਕੀਤਾ ਸੀ, ਤੇ ਰਾਵਲਪਿੰਡੀ ਦੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ। ਦੁਖੀ ਕਿਰਸਾਨੀ ਨੇ ਪੰਜਾਬ ਨੂੰ ਕ੍ਰਾਂਤੀ ਦੇ ਬੀਜ ਬੀਜਣ ਲਈ ਬੜੀ ਉਪਜਾਊ ਭੂਮੀ ਬਣਾ ਦਿੱਤਾ ਤੇ ਇਹ ਬੀਜ ਸਾਰੇ ਭਾਰਤ ਤੇ ਅਸਲੀਅਤ ਇਹ ਹੈ ਕਿ ਸਾਰੇ ਏਸ਼ੀਆ ਤੋਂ ਹੀ ਹਵਾ ਦੇ ਝੋਕੇ ਵਾਂਗ ਬਹੁਤਾਤ ਵਿੱਚ ਆਇਆ। ਸਿੱਧੜ ਤੇ ਗੰਵਾਰ ਪੰਜਾਬੀ ਜੋ ਯੂਰਪੀਨਾਂ ਨੂੰ ਆਪਣਾ ਮਾਈ ਬਾਪ ਸਮਝਦੇ ਸਨ ਤੇ ਜਿਨ੍ਹਾਂ ਦਾ ਉਹ ਪੀਲੇ ਭੂਰੇ ਤੇ ਕਾਲੇ ਲੋਕਾਂ ਦੀਆਂ ਘਟੀਆ ਨਸਲਾਂ ਉੱਪਰ ਰਾਜ ਕਰਨ ਦਾ ਰੱਬੀ ਹੱਕ ਸਮਝਦੇ ਸਨ, ਨੇ ਰੂਸੀਆਂ ਉੱਪਰ ਜਾਪਾਨੀ ਫੌਜਾਂ ਦੀ ਜਿੱਤ ਦੀ ਗੂੰਜਾਂ ਪਾਉਂਦੀ ਖਬਰ ਸੁਣਾਈ। ਉਨ੍ਹਾਂ ਨੇ ਇਹ ਵੀ ਸੁਣਿਆ ਕਿ ਉਨ੍ਹਾਂ ਨੇ ਆਪਣੇ ਹਮਵਤਨਾਂ ਨੇ ਸਰਕਾਰ ਨੂੰ 905 ਦੀ ਬੰਗਾਲ ਦੀ ਵੰਡ ਰੱਦ ਕਰਨ ਲਈ ਮਜਬੂਰ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ। ਭਾਰਤ ਵਿੱਚ ਦਾਦਾ ਭਾਈ ਨਰੋਜੀ ਤੇ ਰਾਨੇਡ ਦੀ ਨਰਮ ਨੀਤੀ ਦੀ ਥਾਂ ਤਿਲਕ ਤੇ ਆਤੰਕਵਾਦੀਆਂ ਨੇ ਗਰਮ ਖਿਆਲੀ ਤੇ ਇਨਕਲਾਬੀ ਢੰਗ ਤਰੀਕੇ ਅਪਣਾ ਲਏ ਸਨ। ਤਿਲਕ ਨੇ ਐਲਾਨ ਕੀਤਾ, ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ। ਜੇ ਤੁਸੀਂ ਸਾਨੂੰ ਸਵਰਾਜ ਨਹੀਂ ਦਿਓਗੇ ਤਾਂ ਅਸੀਂ ਤੁਹਾਡੀ ਬੋਟੀ ਬੋਟੀ ਕਰ ਦਿਆਂਗੇ, ਆਤੰਕਵਾਦੀਆਂ ਨੇ ਕਿਹਾ। ਇਸ ਗੱਲ ਦੀ ਘੱਟ ਹੀ ਸੰਭਾਵਨਾ ਸੀ ਕਿ ਜੋ ਝੱਖੜ ਹਿੰਦੁਸਤਾਨੀਆਂ ਵਿੱਚ ਝੁੱਲ ਰਿਹਾ ਸੀ ਉਹ ਪੰਜਾਬ ਤੋਂ ਪਾਸੇ-ਪਾਸੇ ਲੰਘ ਜਾਵੇਗਾ। ਸ਼ਹਿਰੀ ਸਿਆਸਤਦਾਨਾਂ ਨੇ ਵਿਰੋਧ ਵਿੱਚ ਜਲਸੇ ਜਲੂਸਾਂ ਦੀ ਅਗਵਾਈ ਕੀਤੀ।
ਰਾਸ਼ਟਰਵਾਦੀ ਪ੍ਰੈਸ ਨੇ ਉਹਨਾਂ ਦਾ ਸਮਰਥਨ ਕੀਤਾ ਤੇ ਉਹਨਾਂ ਦੀ ਸਹਾਇਤਾ ਕਰਨ ਦੀ ਤਾਂਘ ਨਾਲ ਉਹਨਾਂ ਦੀਆਂ ਸ਼ਿਕਾਇਤਾਂ ਕਰਨ ਲਈ ਨੌ ਆਬਾਦਕਾਰੀ ਬਿੱਲ ਨੂੰ ਕਾਲੇ ਭੂਰੇ ਤੇ ਗੋਰੀ ਜਾਤੀ ਦੇ ਲੋਕਾਂ ਦਾ ਮਸਲਾ ਬਣਾ ਕੇ ਪੇਸ਼ ਕੀਤਾ। ਅੰਗਰੇਜ਼ ਅਧਿਕਾਰੀਆਂ ਨੇ ਦਾ ਟ੍ਰਿਬਿਊਨ ਤੇ ਪੰਜਾਬੀ ਉੱਪਰ ਹੱਤਕ ਇੱਜ਼ਤ ਦੇ ਮੁਕੱਦਮੇ ਦਾਇਰ ਕੀਤੇ। ਇੰਡੀਆ ਤੇ ਹਿੰਦੁਸਤਾਨ ਉੱਪਰ ਸਰਕਾਰ ਨੇ ਬਗਾਵਤ ਦੇ ਮੁਕੱਦਮੇ ਦਾਇਰ ਕੀਤੇ। ਮਾਰਚ 1907 ਵਿੱਚ ਸ਼ਹਿਰਾਂ ਤੇ ਪ੍ਰਭਾਵਿਤ ਨੌ ਆਬਾਦਕਾਰੀਆਂ ਵਿੱਚ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ। ਹਰ ਇੱਕ ਦੇ ਬੁੱਲ੍ਹਾਂ ਤੇ ਪਗੜੀ ਸੰਭਾਲ ਜੱਟਾਂ ਦਾ ਨਵਾਂ ਗੀਤ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਲੈਫ ਗਵਰਨਰ ਸਰ ਚਾਂਸਲਰ ਰਿਵਾਜ ਦੀ ਵਿਦਾਇਗੀ ਪਾਰਟੀ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ। ਵੱਡੇ ਸ਼ਹਿਰਾਂ ਵਿੱਚ ਵਕੀਲਾਂ ਤੇ ਆਰੀਆ ਸਮਾਜੀਆਂ ਨੇ ਵਿਰੋਧ ਵਿੱਚ ਸਮਾਗਮ ਕੀਤੇ। ਸਿਪਾਹੀਆਂ ਦੇ ਵਿਦਰੋਹ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਤੇ ਸੂਬੇ ਭਰ ਵਿੱਚ ਰੋਸ ਦਿਵਸ ਮਨਾਇਆ ਗਿਆ। ਕਈ ਥਾਵਾਂ ਤੇ ਖਾਸ ਕਰਕੇ ਲਾਇਲਪੁਰ ਵਿੱਚ ਵਿਖਾਵਾਕਾਰੀਆਂ ਨੂੰ ਸਖਤੀ ਨਾਲ ਖਿੰਡਾਉਣਾ ਪਿਆ। ਲਾਜਪਤ ਰਾਏ, ਅਜੀਤ ਸਿੰਘ ਤੇ ਕੁਝ ਵਕੀਲ ਜਿਨ੍ਹਾਂ ਤੇ ਗੜਬੜ ਭੜਕਾਉਣ ਦਾ ਸ਼ੱਕ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲੇ ਦੋਵੇਂ ਬਰਮਾ ਵਿੱਚ ਜਲਾਵਤਨ ਕਰ ਦਿੱਤੇ ਗਏ। ਇਸ ਸਖਤੀ ਦੇ ਬਾਵਜੂਦ ਬਿੱਲ ਦਾ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ। ਹਕੂਮਤ ਨੇ ਅਨੁਭਵ ਕਰ ਲਿਆ ਸੀ ਕਿ ਇਸ ਕਦਮ ਨੇ ਸਿੱਖ ਸਿਪਾਹੀਆਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਚੋਂ ਬਹੁਤ ਸਾਰਿਆਂ ਦੇ ਨੌ ਆਬਾਦੀਆਂ ਵਿੱਚ ਰਿਸ਼ਤੇਦਾਰ ਹਨ। ਇਸ ਲਈ ਗਵਰਨਰ ਜਨਰਲ ਲਾਰਡ ਮਿੰਟੋ ਨੇ ਬਿੱਲ ਨਾਮਨਜ਼ੂਰ ਕਰ ਦਿੱਤਾ। ਭੂਮੀ ਲਗਾਨ ਤੇ ਆਬਿਆਨਾ ਵੀ ਘੱਟ ਕਰ ਦਿੱਤੇ ਗਏ। ਸਮਰਾਟ ਦੇ ਜਨਮ ਦਿਨ ਨੂੰ ਆਮ ਮਾਫੀ ਦੇਣ ਦਾ ਐਲਾਨ ਕਰਨ ਲਈ ਬਹਾਨੇ ਵਜੋਂ ਵਰਤਿਆ ਗਿਆ ਤੇ ਪੰਜਾਬ ਦੇ ਨੇਤਾ 6 ਮਹੀਨਿਆਂ ਮਗਰੋਂ ਬਰਮਾ ਚੋਂ ਵਾਪਸ ਆ ਗਏ। ਕਾਂਡ 11 ਪਹਿਲਾ ਸੰਸਾਰ ਯੁੱਧ ਤੇ ਇਸ ਦੇ ਸਿੱਟੇ। ਸਿੱਖਾਂ ਦਾ 1914 ਤੋਂ 1918 ਦੇ ਯੁੱਧ ਵਿੱਚ ਯੋਗਦਾਨ। 1857 ਦੇ ਵਿਦਰੋਹ ਤੋਂ ਪਿੱਛੋਂ ਸਿੱਖ ਅੰਗਰੇਜ਼ ਸੈਨਾ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ ਰਹੇ। ਜਦੋਂ ਜੰਗ ਛਿੜ ਗਈ ਤਾਂ ਸਿੱਖਾਂ ਦੀ ਭਰਤੀ ਬੜੀ ਤੇਜ਼ੀ ਨਾਲ ਕੀਤੀ ਗਈ। ਸਿੱਖਾਂ ਦੀ ਗਿਣਤੀ ਜੋ 1915 ਦੇ ਸ਼ੁਰੂ ਵਿੱਚ 35,000 ਸੀ, ਜੰਗ ਦੇ ਖਾਤਮੇ ਤੱਕ 1 ਲੱਖ ਹੋ ਗਈ। ਇਸ ਤਰ੍ਹਾਂ ਕਾਰਜਸ਼ੀਲ ਸੈਨਾ ਦਾ 1/5 ਹਿੱਸਾ ਬਣ ਗਈ। ਦੇਸੀ ਰਾਜਿਆਂ ਦੀਆਂ ਰਿਆਸਤਾਂ ਵਿੱਚੋਂ ਫੌਜੀ ਭਰਤੀ ਜ਼ਿਆਦਾ ਪ੍ਰਭਾਵਸ਼ਾਲੀ ਸੀ। ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ ਤੇ ਕਲਸੀਆਂ ਵਿੱਚੋਂ 60,000 ਫੌਜੀ ਭਰਤੀ ਕੀਤੇ ਗਏ। ਇਹ ਭਰਤੀ ਕਿਸੇ ਵੀ ਬਰਤਾਨਵੀ ਜ਼ਿਲ੍ਹੇ ਨਾਲ ਮੁਕਾਬਲੇ ਵਿੱਚ ਸਭ ਤੋਂ ਅਧਿਕ ਤੇ ਕਿਸੇ ਹੋਰ ਸ਼ਾਹੀ ਰਿਆਸਤ ਦੇ ਟਾਕਰੇ ਤੋਂ ਚੌਗੁਣੀ ਸੀ। ਇਹ ਭਰਤੀ ਸਭ ਤੋਂ ਅਧਿਕ ਸੀ। ਮਹਾਰਾਜਾ ਪਟਿਆਲਾ, ਜੀਂਦ ਤੇ ਕਪੂਰਥਲਾ ਨੇ ਆਪਣੀਆਂ ਨਿੱਜੀ ਸੇਵਾਵਾਂ ਦੀ ਪੇਸ਼ਕਸ਼ ਵੀ ਕੀਤੀ ਤੇ ਦੂਸਰੇ ਰਾਜਿਆਂ ਨੇ ਨਗਦ ਰੁਪਏ ਤੇ ਸਾਜੋ ਸਮਾਨ ਨਾਲ ਸਹਾਇਤਾ ਕੀਤੀ। ਸਿੱਖ ਫੌਜੀ ਯੂਰਪ, ਤੁਰਕੀ ਤੇ ਅਫਰੀਕਾ ਵਿੱਚ ਜੰਗ ਦੇ ਸਭ ਮੁਹਾਜ਼ਾਂ ਤੇ ਲੜੇ ਤੇ ਆਪਣੀ ਵੀਰਤਾ ਨਾਲ ਆਪਣੀ ਕੌਮ ਦਾ ਮਾਣ ਵਧਾਇਆ। ਉੱਗੀ ਬਹਾਦਰੀ ਲਈ ਭਾਰਤੀਆਂ ਨੂੰ ਮਿਲੇ 22 ਸਨਮਾਨਾਂ ਵਿੱਚੋਂ 14 ਸਿੱਖਾਂ ਨੇ ਜਿੱਤੇ। ਪੰਜਾਬ ਦੇ ਸਰਕਾਰੀ ਬਿਰਤਾਂਤਕਾਰ ਨੇ ਜੰਗ ਵਿੱਚ ਸੇਵਾਵਾਂ ਤੇ ਯਤਨਾਂ ਦਾ ਉਲੇਖ ਕਰਦਿਆਂ ਲਿਖਿਆ ਹੈ, ਇਸ ਵਿੱਚ ਪੂਰਨ ਸੱਚਾਈ ਹੈ ਕਿ ਲਗਭਗ ਪ੍ਰਾਂਤ ਦੇ ਹਰ ਵਰਗ ਵਿੱਚੋਂ ਸਿੱਖ ਵੱਡੀ ਗਿਣਤੀ ਵਿੱਚ ਅੱਗੇ ਆਏ ਤੇ ਉਹਨਾਂ ਨੇ ਆਪਣਾ ਕੀਰਤੀਮਾਨ ਸਥਾਪਿਤ ਕੀਤਾ, ਜਿਸ ਵਿੱਚ ਕਿਸੇ ਪ੍ਰਕਾਰ ਦੀ ਟੀਕਾ ਟਿੱਪਣੀ ਤੇ ਆਲੋਚਨਾ ਦੀ ਗੁੰਜਾਇਸ਼ ਨਹੀਂ ਹੈ। ਜੰਗ ਦੇ ਸਿੱਟੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦਾ ਕਤਲਆਮ। ਕਿਉਂਕਿ ਸਿੱਖਾਂ ਨੇ ਜੰਗ ਵਿੱਚ ਫੌਜੀਆਂ ਤੇ ਸਾਜੋ ਸਮਾਨ ਨਾਲ ਭਾਰਤ ਦੇ ਕਿਸੇ ਹੋਰ ਫਿਰਕੇ ਦੇ ਮੁਕਾਬਲੇ ਵਧੇਰੇ ਯੋਗਦਾਨ ਪਾਇਆ ਸੀ, ਇਸ ਲਈ ਇਹ ਹੈਰਾਨੀ ਵਾਲੀ ਗੱਲ ਬਿਲਕੁਲ ਨਹੀਂ ਸੀ ਕਿ ਜੇ ਉਹਨਾਂ ਨੇ ਇਤਿਹਾਦੀਆਂ ਦੇ ਜਿੱਤ ਵਿੱਚ ਆਪਣੀ ਭੂਮਿਕਾ ਨੂੰ ਬਹੁਤ ਜ਼ਿਆਦਾ ਵਧਾ ਕੇ ਵੇਖਿਆ ਤੇ ਉਹ ਇਹਨਾਂ ਸੇਵਾਵਾਂ ਬਦਲੇ ਖਾਸ ਰਿਆਸਤਾਂ ਤੇ ਇਨਾਮ ਦੀ ਉਮੀਦ ਵੀ ਕਰਨ ਲੱਗੇ।
परंतु उन्हां नूं ਇਹ ਵੇਖ ਕੇ दुख होया कि ਸਥਾਨਕ ਕਰਮਚਾਰੀ ਤੇ ਪੁਲਿਸ उन्हां नूं वीर नायक समझण ਦੀ ਥਾਂ उन्हां नाल ਪਹਿਲਾਂ वांग ही आम पेंडू गवार समझ के सलूक करदी रही। उन्हां ने पहली बार कनेडा ते अमरीका दे गोरियां हत्थों सिख प्रवासियां दे अपमान दी ते गदरियां दी बगावतां दी ते घिनौणीਆਂ साजिशां दे मुकदमिਆਂ फांसियां देश निकाले ते पिंडां विच लगभग अपने 5000 गदरी सहधर्मियां दी पूरी कहानी सुनी। उन्हां ने पेंडू साथियां ने हाकमां हत्थों उन्हां उपर सख्तियां बारे भी दस्सिया। उन्हां नूं उस पूर्ति विधि की जानकारी भी दिती गई जिस राही हर पिंड नूं खास गिनती दे रंगरूट जबरी भर्ती कराउण दे हुक्म दिते गए ते उस ज्यादती बारे भी दस्सिया गया जो माइक सहायता इकट्ठी करन लई कीती गई। कुछ दूसरे कारणां ने धुख रही अग नूं होर हवा दिती, गर्मी रुत दी बारिश ना हुई ते सियालू फसल बड़ी घट हुई। रहन सहन दा खर्चा पहलां नालों वध गया। शहरी वसों नूं आमदन कर लाए जाण कारण होर सट झल्लणी पई क्योंकि यह वाधा कई हालतां विच 100% तो 200% हो गया। सब तो वड्डी गल सी कि सारे मुल्क विच इन फजूलां दी महामारी फैल गई जिस ने भारी जानी नुकसान किया। 1918 दे अंत तक 1 ਲੱਖ तो वध पंजाबी फ्लू का शिकार हो गए। प्रांत विच निराशता ते उपरामता का माहौल पैदा हो गया। जदों लोकां नूं अपने कष्टां नूं सहन ते शांत करन लई सहायता ते भरोसे दी मरहम दी लोड़ सी, सरकार ने उन्हां दे जख्मां ते लूण घसा दिता। जंग समय सख्ती दे लागू कीते कदम हटाए ना गए सगों होर सख्त किस्म दे कानून लागू करन दी विਉਂਤ कीती गई। पंजाब दे गवर्नर सर माइकल अडवायर ने स्वराज दे ख्याल नूं शहरी बाबूआं ते वकीलां दे दिमाग दी ऊट पटांग कल्पना समझ के मखौल उड़ाउंदा सी। उस ने कौमी नेतावां दा प्रांत विच दाखला बंद कर दिता ते क्रांतिकारियां दे अपराधां दे टाकरा करन लई विचारे गए रोल्ट बिल्लां विरुद्ध अंदोलन नूं कुचलन लई सख्त कदम उठाए गए। ਜਿਹੜੀਆਂ तब्दीलियां उस ने तजवीज़ कीतियां उन्हां विरुद्ध ना वकील ना दलील ना अपील हो सकदी सी, फिर भी मार्च विच यह बिल कानून बन गए। महात्मा गांधी जो रोल्ट बिल्लां विरुद्ध अंदोलन की अगवाई कर रहा सी, उस ने इन्हां दा लोकां ਵੱਲੋਂ विरोध प्रगट कीते जाण लई मुकम्मल हड़ताल का सद्दा दिता। कई थाईं फसाद होए ते पुलिस गोली चलाउण नाल कई मौतां होईयां। महात्मा नूं गिरफ्तार कर लिया गया। पंजाब विच विरोध बड़े शांतमई ते अनुशासनी ढंग नाल कीता गया पर पुलिस ने बेसमझी नाल स्थिति विगाड़ दिती। अमृतसर विच डॉक्टर सैफुद्दीन किचलू ते सत्यापाल नूं जो हिंदू मुस्लिम एकता लई बड़ी सफलता नाल विखावे दा प्रचार कर रहे सन गिरफ्तार कर लिया गया ते उन्हां नूं फुर्ती नाल धर्मशाला पहुंचा दिता। उन्हां दी जलावतनी दी खबर शहर विच फैल गई ते शहरियां दा हजूम विरोध प्रगट करन लई डिप्टी कमिश्नर दे बंगले वल तुर पिया। पुलिस ने उस नूं राह विच रोक लिया। उन्हां नूं खिडाउण दी कोशिश कीती। अद्धी दर्जन लोग मार दिते ते 30 तो वध जख्मी कर दिते। भीड़ बेकाबू हो गई ते गोरियां ते हमले करन लगी। इस ने अंग्रेज मालकां दीआं बैंकां, एक चर्च ते क्रिश्चियन रिलीजीअस टैक्सट बुक सोसाइटी दे दफ्तरां, तार घर ते टाउन हाल नूं अग ला दिती। इस बलवे विच 5 अंग्रेज मारे गए ते एक अंग्रेज पादरी ते हमला किया गया। डिप्टी कमिश्नर की बेवकूफ़ी ने भयानक नस्ली हिंसा नूं जन्म दिता। जलंधर तो ब्रिगेडियर जनरल R.E.H. डायर फौज ते जराब
ਕਤਰ ਗੱਡੀਆਂ ਲੈ ਕੇ ਪਹੁੰਚ ਗਿਆ। ਅਗਲੀ ਸਵੇਰ ਉਸਨੇ ਬਾਜ਼ਾਰ ਵਿੱਚੋਂ ਦੀ ਫੌਜਾਂ ਦਾ ਮਾਰਚ ਕਰਵਾਇਆ ਤੇ ਉਸ ਦਾ ਸਵਾਗਤ ਹਿੰਦੂ ਮੁਸਲਮਾਨ ਭਾਈ ਭਾਈ ਤੇ ਗਾਂਧੀ ਜੀ ਕੀ ਜੈ ਦੇ ਨਾਅਰਿਆਂ ਨਾਲ ਹੋਇਆ। ਸ਼ਾਮ ਵੇਲੇ ਉਸ ਨੂੰ ਟੈਲੀਗ੍ਰਾਫ ਦੀਆਂ ਤਾਰਾਂ ਦੇ ਰੇਲਵੇ ਪਟੜੀ ਨੂੰ ਜੋੜਨ ਵਾਲੀਆਂ ਪਲੇਟਾਂ ਉਖਾੜੇ ਜਾਣ ਦੀ ਤਬਾਹਕਾਰੀ ਕਾਰਵਾਈ ਦੀ ਜਾਣਕਾਰੀ ਮਿਲੀ। ਜਨਰਲ ਨੇ ਸੰਕਟ ਸਥਿਤੀ ਦਾ ਐਲਾਨ ਕਰ ਦਿੱਤਾ ਤੇ ਸਭ ਜਲਸੇ ਜਲੂਸ ਗੈਰ ਕਾਨੂੰਨੀ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸਥਾਨਕ ਕਾਂਗਰਸ ਨੇ ਪਹਿਲਾਂ ਹੀ ਜਲਿਆਂਵਾਲਾ ਬਾਗ ਵਿੱਚ ਵਿਸਾਖੀ ਮੇਲੇ ਕਰਕੇ ਜਲਸੇ ਦਾ ਐਲਾਨ ਕੀਤਾ ਹੋਇਆ ਸੀ। ਸਿੱਖ ਸਵੇਰ ਤੋਂ ਹੀ, ਜਿਨ੍ਹਾਂ ਲਈ ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਵੀ ਸੀ, ਸਵਰਨ ਮੰਦਰ ਪਹੁੰਚਣੇ ਸ਼ੁਰੂ ਹੋ ਗਏ। ਜਿਹੜੇ ਬਾਹਰੋਂ ਪਿੰਡਾਂ ਤੋਂ ਆਏ ਹੋਏ ਸਨ ਤੇ ਜਿਨ੍ਹਾਂ ਨੂੰ ਐਲਾਨ ਬਾਰੇ ਕੋਈ ਪਤਾ ਵੀ ਨਹੀਂ ਸੀ, ਉਹ ਆਪਣਾ ਸਮਾਂ ਲੰਘਾਉਣ ਲਈ ਜਲਿਆਂਵਾਲਾ ਬਾਗ ਵਿੱਚ ਦਿਨ ਢਲਦੇ ਦੀ ਉਡੀਕ ਕਰਨ ਲਈ ਚਲੇ ਗਏ। ਸਥਾਨਕ ਕਾਂਗਰਸ ਨੇਤਾਵਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਪਿਛਲੇ ਦਿਨ ਦੀਆਂ ਘਟਨਾਵਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਪੇਂਡੂ ਸਿੱਖਾਂ ਲਈ ਤਾਂ ਇਹ ਇੱਕ ਹੋਰ ਤਮਾਸ਼ਾ ਸੀ। ਜਿਉਂ ਹੀ ਜਨਰਲ ਡਾਇਰ ਨੂੰ ਜਲਸੇ ਦਾ ਪਤਾ ਲੱਗਾ, ਉਹ ਪਿਆਦਾ ਪਲਟਣਾ ਲੈ ਕੇ ਜਲਿਆਂਵਾਲਾ ਬਾਗ ਵੱਲ ਚੱਲ ਪਿਆ। ਉਸਨੇ ਬਾਗ ਨੂੰ ਜਾਣ ਤੇ ਬਾਹਰੋਂ ਆਉਣ ਦੇ ਵਾਲਾ ਇੱਕੋ ਇੱਕ ਰਾਹ ਰੋਕ ਲਿਆ ਤੇ ਲੋਕਾਂ ਨੂੰ ਖਿੰਡ ਜਾਣ ਦੀ ਇਤਲਾਹ ਦਿੱਤੇ ਬਗੈਰ ਹੀ ਗੋਲੀ ਚਲਾ ਦਿੱਤੀ। ਉਸ ਨੇ 379 ਆਦਮੀ ਮਾਰ ਦਿੱਤੇ ਤੇ 2000 ਜ਼ਖਮੀ ਕਰ ਦਿੱਤੇ। ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ ਤੇ ਮਰਿਆਂ ਕੋਲ ਮਰੇ ਹੋਏ ਛੱਡ ਕੇ ਬਿਨਾਂ ਕਿਸੇ ਸਹਾਇਤਾ ਦੀ ਸੰਭਾਵਨਾ ਦੇ ਉਹ ਆਪਣੇ ਕੈਂਪ ਵਿੱਚ ਆ ਗਿਆ। ਜਦੋਂ ਇਹ ਖਬਰ ਸਰ ਮਾਈਕਲ ਅਡਵਾਇਰ ਨੂੰ ਪਹੁੰਚਾਈ ਤਾਂ ਉਸਨੇ ਇਸ ਕਾਰਵਾਈ ਦਾ ਸਮਰਥਨ ਕੀਤਾ। ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਮਗਰੋਂ ਇਹ ਲਾਹੌਰ, ਗੁਜਰਾਂਵਾਲਾ, ਲਾਇਲਪੁਰ ਤੇ ਗੁਜਰਾਤ ਵਿੱਚ ਲਾਗੂ ਕਰ ਦਿੱਤਾ ਗਿਆ। ਅੱਜ ਅਸੀਂ ਇਸ ਕਿਤਾਬ ਦੇ 169 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।